Hallelujah. Thank you, Jesus. Hallelujah. Hallelujah. तेरी महिमा हो प्यारे प्रभु। Hallelujah. Hallelujah. Thank you, Jesus. Thank you, Jesus. Thank you, Jesus. हृदय की गहराइयों से करते हैं आराधना, आशीष की बारिश तुम्हें, यीशु तेरी हो सना। सब प्रभु की महिमा करते हुए जो हमारे साथ हैं वो सब प्रभु की महिमा करें। हृदय की गहराइयों से करते हैं आराधना, आशीष की बारिश तुझे, यीशु तेरी होसना, यीशु तेरी होसना, यीशु तेरी होसना, यीशु तेरी होसना, यीशु तेरी होसना,
सुनता है सबकी दुआ। यीशु तो कितना है प्यारा, सुनता है सबकी दुआ। यीशु तो कितना है प्यारा, यीशु तो कितना है प्यारा। धन्यवाद प्रभु जी, तू कितना महान है, तू कितना भला है। तेरी भलाई के लिए धन्यवाद, तेरी स्तुति हो। ਅਸੀਂ ਪ੍ਰਭੂ ਦੇ ਵਚਨ ਨੂੰ ਪੜਾਂਗੇ, ਪਰਮੇਸ਼ਰ ਦੇ ਵਚਨ ਦੇ ਵਿੱਚ ਆਵਾਂਗੇ। ਯਹੋਸ਼ੂਆ ਦੀ ਕਿਤਾਬ, ਯਹੋਸ਼ੂਆ ਦੀ ਕਿਤਾਬ ਉਸ ਦਾ 1 ਅਧਿਆਇ ਤੋਂ 6 ਵਚਨ। ਤਕੜਾ ਹੋ ਅਤੇ ਹੌਸਲਾ ਰੱਖ, ਕਿਉਂ ਜੋ ਇਹ ਦੇਸ਼ ਜਿਹਦੀ ਮੈਂ ਇਹਨਾਂ ਦੇ ਪਿਓ ਦਾਦਿਆਂ ਨੂੰ ਦੇਣ ਦੀ ਸਹੁੰ ਖਾਧੀ ਹੈ, ਤੂੰ ਇਹਨਾਂ ਲੋਕਾਂ ਨੂੰ ਮਿਲਕ ਲਈ ਦੁਆਵੇਂਗਾ। ਹਾਲੇਲੂਇਆ, ਹਾਲੇਲੂਇਆ। ਸੋ ਪਰਮੇਸ਼ਰ ਦਾ ਵਚਨ ਇਸ ਜਗ੍ਹਾ ਤੇ ਦੱਸਦਾ ਹੈ, ਜਦੋਂ ਪਰਮੇਸ਼ਵਰ ਯਹੋਸ਼ੂਆ ਦੇ ਨਾਲ ਗੱਲ ਕਰਦਾ ਹੈ, ਤੁਸੀਂ ਸਾਰੇ ਜਾਣਦੇ ਹੋ ਕਿ ਯਹੋਸ਼ੂਆ ਕੌਣ ਹੈ। ਉਹਨੇ ਲੱਖਾਂ ਲੋਕਾਂ ਦੀ ਅਗਵਾਈ ਕੀਤੀ ਉਸ ਦੇਸ਼ ਤੱਕ ਪਹੁੰਚਣ ਵਿੱਚ, ਜਿਹੜਾ ਦੇਸ਼ ਪਰਮੇਸ਼ਵਰ ਉਹਨਾਂ ਨੂੰ ਦੇਣ ਜਾ ਰਿਹਾ ਸੀ। ਯਹੋਸ਼ੂਆ ਨੂੰ ਪਰਮੇਸ਼ਵਰ ਨੇ ਇੱਕੋ ਹੀ ਗੱਲ ਆਖੀ ਜਦੋਂ ਉਸ ਨੂੰ ਪਰਮੇਸ਼ਵਰ ਨੇ ਆਪਣੀ ਸੇਵਾ ਲਈ ਖੜਾ ਕੀਤਾ ਕਿ ਯਹੋਸ਼ੂਆ ਤਕੜਾ ਹੋ, ਬੀ ਸਟਰੋਂਗ ਔਰ ਦਲੇਰ ਹੋ, ਕਿਉਂਕਿ ਜਦ ਮੈਂ ਤੈਨੂੰ ਲੈ ਕੇ ਜਾ ਰਿਹਾ ਉਸ ਕੰਮ ਲਈ, ਜਿਹੜੇ ਕੰਮ ਲਈ ਮੈਂ ਤੈਨੂੰ ਚੁਣਿਆ ਹੈ, ਤਾਂ ਪਰਮੇਸ਼ਵਰ ਉਸ ਤੋਂ ਇੱਕ ਚੀਜ਼ ਦੀ ਮੰਗ ਕਰਦਾ ਹੈ, ਉਹ ਹੈ ਦਲੇਰੀ। ਉਹ ਹੈ ਉਸ ਤੋਂ ਪਰਮੇਸ਼ਵਰ ਇੱਕ ਚੀਜ਼ ਦੀ ਮੰਗ ਕਰਦਾ ਹੈ ਕਿ ਮੈਂ ਤੈਨੂੰ ਕਹਿਣਾ ਕਿ ਤਕੜਾ ਹੋ। ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ਰ ਦਾ ਵਚਨ ਅੱਜ ਸਾਨੂੰ ਤਕੜੇ ਹੋਣ ਨੂੰ ਕਿਉਂ ਕਹਿੰਦਾ ਹੈ? ਇੱਥੇ ਅਸੀਂ ਫਿਜ਼ੀਕਲੀ ਤਕੜੇ ਹੋਣ ਦੀ ਗੱਲ ਨਹੀਂ ਕਰ ਰਹੇ। ਤੁਸੀਂ ਜਾਣਦੇ ਹੋ ਕਿ ਜਦੋਂ ਪਰਮੇਸ਼ਵਰ ਆਪਣੇ ਲੋਕਾਂ ਨੂੰ ਖੜਾ ਕਰਦਾ ਹੈ ਤਾਂ ਉਹਨਾਂ ਦੇ ਸਾਹਮਣੇ ਬਹੁਤ ਵੱਡੇ ਵੱਡੇ ਚੈਲੰਜ ਹੁੰਦੇ ਨੇ, ਬਹੁਤ ਵੱਡੀਆਂ ਵੱਡੀਆਂ ਸਮੱਸਿਆਵਾਂ ਔਰ ਪਰੇਸ਼ਾਨੀਆਂ ਉਹਨਾਂ ਦੇ ਸਾਹਮਣੇ ਹੁੰਦੀਆਂ ਨੇ। ਪਰ ਪਰਮੇਸ਼ਵਰ ਉਹਨਾਂ ਦੇ ਸਾਹਮਣੇ ਆਪਣੇ ਬੰਦੇ ਨੂੰ ਕਿਸ ਤਰ੍ਹਾਂ ਵੇਖਣਾ ਚਾਹੁੰਦਾ ਹੈ? ਉਹਨਾਂ ਪਰੇਸ਼ਾਨੀਆਂ ਦੇ ਸਾਹਮਣੇ ਹਾਰਿਆ ਹੋਇਆ ਜਾਂ ਨਿਰਾਸ਼ਾ ਦੇ ਵਿੱਚ ਜਾਂ ਘਬਰਾਇਆ ਹੋਇਆ ਵੇਖਣਾ ਚਾਹੁੰਦਾ ਹੈ? ਨਹੀਂ। ਪਰਮੇਸ਼ਵਰ ਦਾ ਵਚਨ ਆਖਦਾ ਹੈ ਕਿ ਜਦੋਂ ਵੀ ਪਰਮੇਸ਼ਵਰ ਆਪਣੇ ਲੋਕਾਂ ਨੂੰ ਖੜਾ ਕਰਦਾ ਹੈ, ਜਦੋਂ ਪਰਮੇਸ਼ਵਰ ਆਪਣੇ ਲੋਕਾਂ ਦੇ ਨਾਲ ਖੜਾ ਹੁੰਦਾ ਹੈ, ਤਾਂ ਪਰਮੇਸ਼ਵਰ ਇਸ ਚੀਜ਼ ਦੀ ਮੰਗ ਕਰਦਾ ਹੈ ਕਿ ਅਸੀਂ ਆਪਣੇ ਅੰਦਰ ਦਲੇਰੀ ਲੈ ਕੇ ਆਈਏ, ਯਾਦ ਰੱਖੀਏ, ਅਸੀਂ ਘਬਰਾਈਏ ਨਾ, ਡਰੀਏ ਨਾ, ਬਲਕਿ ਤਕੜੇ ਹੋਈਏ, ਇਸ ਗੱਲ ਨੂੰ ਜਾਣਦੇ ਹੋਏ ਕਿ ਸਾਡਾ ਬਲ, ਸਾਡੀ ਤਾਕਤ ਪਰਮੇਸ਼ਵਰ ਹੈ। ਸਾਡਾ ਯੁੱਧ ਲੜਨ ਵਾਲਾ ਪਰਮੇਸ਼ਵਰ ਹੈ। ਜਦੋਂ ਪਰਮੇਸ਼ਵਰ ਨੇ ਯਹੋਸ਼ੂਆ ਨੂੰ ਇਹ ਗੱਲ ਕਹੀ, ਪਰਮੇਸ਼ਵਰ ਉਸ ਨੂੰ ਇਹ ਕਹਿ ਰਹੇ ਸਨ ਕਿ ਉਸ ਨੇ ਇਸ ਜਗ੍ਹਾ ਤੇ ਆਪਣਾ ਮਾਈਂਡ ਸੈਟ ਕਰਨਾ ਹੈ ਕਿ ਇਹ ਯੁੱਧ ਉਸ ਦਾ ਨਹੀਂ ਹੈ, ਇਹ ਯੁੱਧ ਪਰਮੇਸ਼ਵਰ ਦਾ ਹੈ। ਪਰਮੇਸ਼ਵਰ ਅਗਵਾਈ ਕਰਦਾ ਹੈ। ਜਦੋਂ ਪਰਮੇਸ਼ਵਰ ਅਗਵਾਈ ਕਰਦਾ ਹੈ ਤਾਂ ਸਾਡੇ ਕੋਲੋਂ ਉਹ ਮੰਗ ਕਰਦਾ ਹੈ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਪਰਮੇਸ਼ਵਰ ਜਦੋਂ ਸਾਡੇ ਨਾਲ ਹੈ ਤਾਂ ਜਿੱਤ ਸਾਡੀ ਹੈ। ਹਾਲੇਲੂਇਆ। ਜਦੋਂ ਜਿੱਤ ਦੀ ਗੱਲ ਆਉਂਦੀ ਹੈ, ਅਸੀਂ ਸਾਰੇ ਜਾਣਦੇ ਹਾਂ, ਜਦੋਂ ਸਾਡੇ ਅੰਦਰ ਡਰ ਆਉਂਦਾ ਹੈ, ਨਿਰਾਸ਼ਾ ਆਉਂਦੀ ਹੈ, ਇਹ ਕਿਉਂ ਆਉਂਦੀ? ਹਾਰ ਦੀ ਵਜ੍ਹਾ ਨਾਲ। ਮੇਰੇ ਨਾਲ ਇੱਦਾਂ ਨਾ ਹੋ ਜਾਵੇ, ਮੇਰੇ ਨਾਲ ਇੱਦਾਂ ਨਾ ਹੋ ਜਾਵੇ, ਬਹੁਤ ਸਾਰੀਆਂ ਚਿੰਤਾਵਾਂ ਸਾਨੂੰ ਘੇਰ ਸਕਦੀਆਂ ਨੇ। ਇਹ ਉਦੋਂ ਹੁੰਦੀਆਂ ਨੇ ਜਦੋਂ ਸਾਨੂੰ ਹਾਰਨ ਦਾ ਡਰ ਹੁੰਦਾ ਹੈ, ਜਦੋਂ ਸਾਨੂੰ ਇਸ ਗੱਲ ਦਾ ਡਰ ਹੁੰਦਾ ਹੈ ਕਿ ਹੋ ਸਕਦਾ ਹੈ ਕਿ ਮੈਂ ਜਿਸ ਕੰਮ ਨੂੰ ਚੱਲਿਆ ਹਾਂ ਉਹ ਸ਼ਾਇਦ ਪੂਰਾ ਨਾ ਹੋਵੇ। ਹੋ ਸਕਦਾ ਹੈ ਕਿ ਉਹ ਡਰ ਸਾਡੇ ਅੰਦਰ ਇਸ ਲਈ ਆ ਜਾਂਦਾ ਹੈ ਕਿ ਅਸੀਂ ਘਬਰਾਉਂਦੇ ਹਾਂ, ਸਾਡਾ ਦਿਲ ਕੱਚਾ ਪੈ ਜਾਂਦਾ ਹੈ ਕਿ ਜਿਹੜੇ ਕੰਮ ਨੂੰ ਮੈਂ ਕਰਨ ਜਾ ਰਿਹਾ ਕਿ ਉਹ ਹੋ ਵੀ ਜਾਏਗਾ, ਕਿ ਮੈਂ ਜਿੱਤ ਵੀ ਜਾਵਾਂਗਾ, ਕਿ ਪਰਮੇਸ਼ਵਰ ਨੇ ਜਿਹੜਾ ਕੰਮ ਮੈਨੂੰ ਦਿੱਤਾ ਹੈ ਕਿ ਉਹਨੂੰ ਮੈਂ ਪੂਰਾ ਵੀ ਕਰ ਸਕਾਂਗਾ। ਜਦੋਂ ਅਸੀਂ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਨਾਲ ਚੱਲਦੇ ਹਾਂ ਤਾਂ ਪਰਮੇਸ਼ਵਰ ਸਾਡੇ ਨਾਲ ਕਦੀ ਵੀ ਨਹੀਂ ਰਹਿ ਸਕਦਾ। ਪਰਮੇਸ਼ਵਰ ਸਾਡੇ ਨਾਲ ਉਦੋਂ ਰਹਿੰਦਾ ਹੈ ਜਦੋਂ ਸਾਨੂੰ ਉਸ ਤੇ ਪੱਕਾ ਭਰੋਸਾ ਹੋਵੇ ਕਿ ਪਰਮੇਸ਼ਵਰ ਨੇ ਜਿਸ ਕੰਮ ਲਈ ਮੈਨੂੰ ਖੜਾ ਕੀਤਾ ਹੈ, ਪਰਮੇਸ਼ਵਰ ਉਸ ਨੂੰ ਪੂਰਾ ਕਰੇਗਾ। ਪਰਮੇਸ਼ਵਰ ਮੈਨੂੰ ਆਪਣੇ ਹੱਥਾਂ 'ਚ ਰਹਿ ਕੇ ਰੱਖ ਕੇ ਇਸਤੇਮਾਲ ਕਰੇਗਾ। ਹਾਲੇਲੂਇਆ। परमेश्वर अपने वचन का पक्का है, सच्चा है और सानू परमेश्वर का वचन कहता है कि परमेश्वर इस गल की साडे तो रिक्वायरमेंट, परमेश्वर इस गल की साडे तो मांग करता है कि असी ओ होइए जो परमेश्वर सानू वेखना चाहता है। परमेश्वर का वचन सानू इस तरह दसदा है कि यहोशूआ नूं उसकी सेवकाई के दरम्यान परमेश्वर ने सिर्फ दो चीज़ां उस तो मंगिया, वो ये सी कि तेरा मन कच्चा नहीं होना चाहिए,
ਤੂੰ ਘਬਰਾਣਾ ਨਹੀਂ ਹੈ। ਪਰਮੇਸ਼ਵਰ ਉਸ ਤੋਂ ਦੋ ਚੀਜ਼ਾਂ ਦੀ ਮੰਗ ਕਰਦਾ ਹੈ, ਇੱਕ ਤਾਂ ਇਹ ਕਿ ਤੂੰ ਸਟਰੋਂਗ ਹੋ, ਤਕੜਾ ਹੋ, ਦੂਜਾ ਹਿਆਬ ਬਣ। परमेश्वर ये चाहता है कि तू तकड़ा हो और तू स्ट्रांग हो, हियाब बन, मजबूत हो। परमेश्वर ये चाहता है कि असी उसके काम नूं उस तरह करिए जिस तरह परमेश्वर चाहता है कि असी करिए। हालेलुया। अज जिन्हें तुसी मैनूं सुन रहे हो, परमेश्वर के वचन चो बहुत अच्छा सुनिया है मेरे कोल तुहाडे लई। परमेश्वर का वचन दसदा है कि जो परमेश्वर ने मूसा नूं इस तो पहला, योशुआ तो पहला इस्तेमाल किया, तुसी सारे जानते हो कि मूसा पहला डरदा सी, घबराउंदा सी, वो जाण नूं तैयार नहीं सी। पर जिवें ही परमेश्वर के काम दे विच आया, जदों उसनूं इस चीज़ का पता चल गया कि परमेश्वर मेरे नाल है, मूसा ने अपने जीवन दे विच कदी भी डर नहीं लियांदा। मूसा हियाब दे नाल अगे वधदा गया। मूसा दे नाल परमेश्वर ने बड़े बड़े काम कीते। वो 10 मिरकल जिहड़े सी देखते हैं बाइबल दे विच, बड़े बड़े काम जिहड़े मिस्र ते परमेश्वर ने दिखाए और प्रगट किया कि मैं मूसा दे नाल हाँ। मूसा ने अपनी लाइफ दे विच उस तो बाद कदी भी उस हार दा, निराशा दा कदी सामना नहीं किया, क्योंकि वो जानता सी कि परमेश्वर मेरे नाल है। हालेलुया। और आज जो परमेश्वर जिहड़ा मूसा दे नाल सी, आज जो परमेश्वर जिहड़ा मूसा दे नाल सी, आज जो साडे ते तुहाडे नाल है। हालेलुया। प्रभु की स्तुति होवे, क्योंकि परमेश्वर का वचन आखदा है, जदों असीं उसकी 1 दी 5 आयत नूं, योशुआ 1 दी 5 आयत नूं पढ़ांगे, बड़े ध्यान नाल पढ़ी और सुनिए। तेरी सारी अवस्था विच, तेरी सारी उम्र विच कोई मनुख तेरे सामने ना आकड़ेगा, कोई बंदा तेरे सामने नहीं आकड़ेगा। जिमें मैं मूसा दे संग रहा, जिमें मैं मूसा दे नाल रहा, तिमें तेरे संग भी रहांगा, तिवें तेरे संग भी रवांगा। मैं तेनू नहीं छड्डांगा, मैं तेनू नहीं छड्डांगा, अते ना तेनू त्यागांगा, ना मैं तेनू त्यागांगा। किन्ने जाने परमेश्वर के वचन ते विश्वास करदे हो कि परमेश्वर का वचन सच है। परमेश्वर ने मूसा नूं आख्या कि मैं तेरे नाल हाँ, और उस तो बाद सेम वही वर्डिंग परमेश्वर योशुआ लई भी इस्तेमाल करता है। और परमेश्वर कहता है कि जिद्दां मैं मूसा दे नाल सी, मैं तेरे नाल भी रवांगा। मूसा ने अपनी लाइफ दे विच हार नहीं वेखी। बेशक फिरौन राजा बहुत तकड़ा सी, ਉਹਦੇ ਕੋਲ ਸੈਨਾ ਸੀ, मूसा दे कोल कुछ भी नहीं सी। मूसा सिर्फ एक लाठी दे नाल गया सी। और तुसीं जाणदे हो कि वो किन्ने लखां लोकां नूं उस गुलामी दे विचों कढ लिया, बिकॉज परमेश्वर उस दे नाल सी। मूसा दा अपनी ताकत, मूसा दा अपना बल नहीं सी, पर यह बल, ये ताकत उसनूं परमेश्वर तो प्राप्त सी। हालेलुया। और बाइबल ये दसदी है, योशुआ नूं परमेश्वर आखदा है, जिस तरह मैं मूसा दे नाल सी और इसी तरह योशुआ मैं तेरे नाल रवांगा। और इसका एक चिन्ह होवेगा, वो चिन्ह यह होवेगा, जे तू दलेरी दे नाल मेरे पीछे चलेगा, जीवन भर तेरे सामने कोई चीज खड़ी नहीं रह सकती, कोई चीज तेरा टकरा नहीं कर सकती। परमेश्वर का वचन कहता है, ना मैं तेनू कदी छड्डांगा, ना मैं तेनू कदी त्यागांगा। कि तुसी इस प्रॉमिस नाल खुश हो कि साडा परमेश्वर वायदा करता है, मैं कदी नहीं छड्डांगा, कदी नहीं त्यागांगा। आज इस समय विच जदों असीं वेखदे हां, जदों वर्तमान बुरा समा चल रहा, बुरे समय विच अपने भी अपनिआं नूं छड्ड दिंदे ने। आज एकांतवास का जो जिक्र करते हैं तो कलियां कई बारी परिवार के मैंबर नूं 14-14 दिन लिए कलियां छड़ दिता जाता है। अगर किसी को बीमारी हो जाती है तो लोग बीमार नूं छड़ के चले जाते हैं, उसके सके संबंधी भी उस नालों दूर हो जाते हैं। पर मेरे प्यारे भैनों भरावो, सिर्फ एक ही है जिहड़ा कदी नहीं छड़दा, कदी नहीं त्यागदा, वो बाइबल दा परमेश्वर है, जिहड़ा वायदा करता है कि मैं संसार के अंत तक सदा तेरे नाल हाँ। और जिसने वायदा किया, जिवें मैं मूसा दे नाल सी, योशुआ मैं तेरे नाल भी रहांगा। और फिर परमेश्वर आखदा है, ना मैं तेनू कदी छड्डांगा, ना मैं तेनू कदी त्यागांगा। सो इस तो वड्डी गल की हो सकती है। 6 आयत दे विच इसे करके परमेश्वर योशुआ नूं आखदा है, 6 आयत दे विच बहुत खूबसूरती नाल आखदा है कि योशुआ तकड़ा हो, हौसला रख। तो परमेश्वर की चाहता है कि असीं तकड़े होइए, हौसला रखिए, क्योंकि परमेश्वर साडे नाल है। परमेश्वर सानू कदी भी छड्डदा नहीं, परमेश्वर सानू कदी भी भुलदा नहीं, परमेश्वर सानू कदी भी त्यागदा नहीं। ਉਹ ਜਿਹੜਾ कदी छड्डदा नहीं, भुलदा नहीं, त्यागदा नहीं, असीं उस उत्ते भरोसा लैके आईए और असीं कदे भी शर्मिंदे ना होवांगे। बाइबल सानू दसदी है, जदों असीं उस तो बाद
ਗਿਣਤੀ ਦੀ ਕਿਤਾਬ ਦੇ ਵਿੱਚ ਪੜਾਂਗੇ ਉਸ ਦਾ 14 ਅਧਿਆਇ ਤੇ ਉਸ ਦਾ 9 ਵਚਨ। ਉਸ ਜਗ੍ਹਾ ਤੇ ਅਸੀਂ ਪਰਮੇਸ਼ਰ ਦੇ ਵਚਨ ਚੋਂ ਸਿੱਖਾਂਗੇ ਕਿ ਬਾਈਬਲ ਸਾਨੂੰ ਦੱਸਦੀ ਹੈ ਬੇਸ਼ੱਕ ਗਵਰਨਮੈਂਟ ਤੁਹਾਡੇ ਵਿਰੁੱਧ ਖੜੀ ਹੋਵੇ, ਸਰਕਾਰ ਤੁਹਾਡੇ ਵਿਰੁੱਧ ਖੜੀ ਹੋਵੇ, ਫਿਰ ਵੀ ਡਰਨ ਦੀ ਲੋੜ ਨਹੀਂ, ਕਿਉਂਕਿ ਉਸ ਤੋਂ ਵੀ ਵੱਡਾ ਰਾਜਾਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਸਾਡੇ ਨਾਲ ਖੜਾ ਹੈ। ਹਾਲੇਲੂਇਆ। ਔਰ ਬਾਈਬਲ ਸਾਨੂੰ ਦੱਸਦੀ ਹੈ ਇਸ ਜਗ੍ਹਾ ਤੇ ਅਸੀਂ ਵੇਖਦੇ ਹਾਂ ਗਿਣਤੀ ਦੀ ਕਿਤਾਬ ਦੇ ਵਿੱਚੋਂ ਪੜਾਂਗੇ, ਕੇਵਲ ਨਾ ਤਾਂ ਤੁਸੀਂ ਯਹੋਵਾ ਦੇ ਵਿਰੁੱਧ ਆਕੀ ਹੋਵੋ, ਨਾ ਯਹੋਵਾ ਦੇ ਵਿਰੁੱਧ ਕੀ ਹੋਵੋ, ਆਕੀ ਹੋਵੋ। ਸਿਰਫ ਇਹ ਯਾਦ ਰੱਖਣਾ ਕਿ ਤੁਸੀਂ ਪਰਮੇਸ਼ਵਰ ਤੋਂ ਕਦੀ ਅੱਕ ਨਾ ਜਾਇਓ। ਹਾਂਜੀ, ਨਾ ਹੀ ਤੁਸੀਂ ਉਸ ਦੇਸ਼ ਦੇ ਲੋਕਾਂ ਤੋਂ ਡਰੋ, ਨਾ ਦੇਸ਼ ਦੇ ਲੋਕਾਂ ਤੋਂ ਡਰੋ, ਕਿਉਂ ਜੋ ਉਹ ਤਾਂ ਸਾਡੀ ਇੱਕ ਬੁਰਕੀ ਹੀ ਹਨ, ਉਹ ਤਾਂ ਸਾਡੀ ਇੱਕ ਬੁਰਕੀ ਹੀ ਹਨ। ਉਹਨਾਂ ਦੀ ਰੱਖਿਆ ਉਹਨਾਂ ਤੋਂ ਜਾਂਦੀ ਰਹੀ, ਉਹਨਾਂ ਦੀ ਰੱਖਿਆ, ਉਹਨਾਂ ਦੀ ਸੁਰੱਖਿਆ ਉਹਨਾਂ ਤੋਂ ਜਾਂਦੀ ਰਹੀ, ਅਤੇ ਯਹੋਵਾ ਸਾਡੇ ਨਾਲ ਹੈ, ਯਹੋਵਾ ਸਾਡੇ ਨਾਲ ਹੈ, ਉਹਨਾਂ ਤੋਂ ਤੁਸੀਂ ਨਾ ਡਰੋ, ਉਹਨਾਂ ਤੋਂ ਤੁਸੀਂ ਨਾ ਡਰੋ। ਬਾਈਬਲ ਇਹ ਦੱਸਦੀ ਹੈ ਕਿ ਬੇਸ਼ੱਕ ਪੂਰਾ ਨੇਸ਼ਨ ਤੁਹਾਡੇ ਵਿਰੋਧ 'ਚ ਖੜਾ ਹੋਵੇ, ਮੈਂ ਨਹੀਂ ਕਹਿ ਰਿਹਾ ਕਿ ਤੁਹਾਡੇ ਦੁਸ਼ਮਣ, ਮੈਂ ਇਹ ਨਹੀਂ ਕਹਿ ਰਿਹਾ ਕਿ ਕੁਝ ਲੋਕ, ਬਾਈਬਲ ਦੱਸਦੀ ਹੈ ਕਿ ਪੂਰੀ ਕੰਟਰੀ, ਅਗਰ ਪੂਰੀ ਗਵਰਨਮੈਂਟ ਵੀ ਤੁਹਾਡੇ ਵਿਰੋਧ 'ਚ ਖੜੀ ਹੋਵੇ, ਲੇਕਿਨ ਅਗਰ ਪਰਮੇਸ਼ਵਰ ਸਾਡੇ ਨਾਲ ਹੈ ਤਾਂ ਡਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਜਾਣਦੇ ਹੋ ਅਗਰ ਪਰਮੇਸ਼ਵਰ ਸਾਡੇ ਨਾਲ ਹੈ ਤਾਂ ਸਾਡੇ ਵਿਰੋਧ 'ਚ ਭਾਵੇਂ ਸਾਰਾ ਸੰਸਾਰ ਖੜਾ ਹੋਵੇ, ਸਾਰਾ ਸੰਸਾਰ ਸਾਡਾ ਕੁਝ ਵੀ ਵਿਗਾੜ ਨਹੀਂ ਸਕਦਾ, ਪਰ ਜੇ ਪਰਮੇਸ਼ਵਰ ਸਾਡੇ ਨਾਲ ਨਾ ਹੋਵੇ, ਬੇਸ਼ੱਕ ਸਾਰਾ ਸੰਸਾਰ ਸਾਡੇ ਨਾਲ ਖੜਾ ਹੋਵੇ, ਤੇ ਪਰਮੇਸ਼ਵਰ ਦੇ ਹੱਥੋਂ ਕੋਈ ਵੀ ਛੁਡਾ ਨਹੀਂ ਸਕਦਾ। ਬਾਈਬਲ ਇਹ ਦੱਸਦੀ ਹੈ ਕਿ ਪਰਮੇਸ਼ਵਰ ਸਾਡੇ ਨਾਲ ਹੈ ਤਾਂ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਇਸ ਜਗ੍ਹਾ ਤੇ ਅਸੀਂ ਵੇਖਿਆ ਕਿ ਬੇਸ਼ੱਕ ਲੋਕ ਭਾਵੇਂ ਬਹੁਤ ਸਾਰੇ ਲੋਕ ਭੀੜਾਂ ਦੀਆਂ ਭੀੜਾਂ ਤੁਹਾਡੇ ਅਗੇਂਸਟ ਹੋਣ, ਪਰ ਬਾਈਬਲ ਕੀ ਦੱਸਦੀ ਹੈ ਕਿ ਤੁਸੀਂ ਉਹਨਾਂ ਤੋਂ ਨਾ ਡਰੋ। ਕਿੰਨੇ ਜਣੇ ਸਮਝ ਰਹੇ ਹੋ ਕਿ ਉਸ ਤੋਂ ਨਾ ਡਰੋ? ਬਾਈਬਲ ਕੀ ਦੱਸਦੀ ਹੈ ਉਸ ਤੋਂ ਨਾ ਡਰੋ। ਤੁਸੀਂ ਜਾਣਦੇ ਹੋ ਕਿ ਯਹੋਸ਼ੂਆ ਦੇ ਸਮੇਂ ਵਿੱਚ ਯਹੋਸ਼ੂਆ ਨੂੰ ਪਤਾ ਸੀ ਕਿ ਲੱਖਾਂ ਲੋਕਾਂ ਦੀ ਅਗਵਾਈ ਕਰਨਾ ਸੌਖੀ ਗੱਲ ਨਹੀਂ ਹੈ, ਔਰ ਉਸ ਨੂੰ ਪਤਾ ਸੀ ਕਿ ਇਸ ਦੇ ਵਿੱਚ ਬੜੀ ਮੁਸ਼ਕਲ ਦਾ ਮੈਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਯਹੋਸ਼ੂਆ ਦੇ ਸਮੇਂ ਵਿੱਚ, ਉਸ ਦੇ ਸਮੇਂ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਉਸ ਦੇ ਸਾਹਮਣੇ ਆਈਆਂ, ਕਿਉਂਕਿ ਜਦੋਂ ਲੱਖਾਂ ਲੋਕਾਂ ਨੂੰ ਇੱਕ ਦੇਸ਼ ਦੇ ਵਿੱਚੋਂ ਲੈ ਕੇ ਲੰਘਣਾ ਹੈ ਤਾਂ ਦੇਸ਼ ਦੀ ਗਵਰਨਮੈਂਟ ਉੱਥੋਂ ਲੰਘਣ ਤੋਂ ਉਹਨਾਂ ਨੂੰ ਰੋਕਦੀ ਸੀ। ਹਾਲੇਲੂਇਆ। ਤੁਸੀਂ ਜਾਣਦੇ ਹੋ ਕਿ ਅੱਜ ਵੀ ਅਸੀਂ ਪਿੰਡਾਂ ਵਿੱਚ ਇਸ ਗੱਲ ਦਾ ਇੱਕ ਸਬਕ ਦੇਖ ਸਕਦੇ ਹਾਂ। ਅਗਰ ਕੋਈ ਇੱਜੜ ਲੈ ਕੇ ਪਿੰਡ ਦੇ ਵਿੱਚੋਂ ਲੰਘਦਾ ਹੈ ਤਾਂ ਪਿੰਡ ਦੇ ਲੋਕ ਰੋਕਦੇ ਨੇ ਕਿ ਇੱਜੜ ਇੱਥੋਂ ਲੈ ਕੇ ਨਾ ਲੰਘੋ, ਸਾਡੀਆਂ ਫਸਲਾਂ ਖਰਾਬ ਹੋ ਜਾਣਗੀਆਂ, ਸਾਡੇ ਰਸਤੇ ਖਰਾਬ ਹੋ ਜਾਣਗੇ ਔਰ ਸਾਡੇ ਬੂਟੇ ਖਰਾਬ ਹੋ ਜਾਣਗੇ। ਅਸੀਂ ਦੇਖਦੇ ਹਾਂ ਕਿ ਉਹਨਾਂ ਨੂੰ ਬਹੁਤ ਮੁਸ਼ਕਲਾਂ ਦੇ ਨਾਲ ਲੰਘਣਾ ਪੈਂਦਾ ਹੈ। ਉਹਨਾਂ ਦੇ ਕੋਲ ਤਾਂ ਇੱਕ ਛੋਟਾ ਜਿਹਾ ਝੁੰਡ ਹੁੰਦਾ ਹੈ, 100 ਜਾਂ 50 ਜਾਂ 150 200 ਪਸ਼ੂਆਂ ਦਾ ਝੁੰਡ ਹੁੰਦਾ ਹੈ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਯਹੋਸ਼ੂਆ ਦੇ ਕੋਲ ਇਸ ਜਗ੍ਹਾ ਤੇ ਪਸ਼ੂਆਂ ਦੀ ਕੋਈ ਗਿਣਤੀ ਨਹੀਂ ਹੈ ਜਿਨ੍ਹਾਂ ਲੋਕਾਂ ਨੂੰ ਲੈ ਕੇ ਜਾ ਰਿਹਾ ਹੈ। 6 ਲੱਖ ਪੁਰਸ਼ ਨੇ, ਇਸਤਰੀਆਂ ਔਰ ਬੱਚਿਆਂ ਦੀ ਗਿਣਤੀ ਨਹੀਂ ਹੈ। ਤੁਸੀਂ ਜਾਣਦੇ ਹੋ ਕਿ ਇੰਨੇ ਲੋਕਾਂ ਨੂੰ ਜਦੋਂ ਉੱਥੋਂ ਲੈ ਕੇ ਲੰਘ ਰਿਹਾ ਹੈ ਤਾਂ ਕੀ ਉਸ ਦੇਸ਼ ਦੇ ਵਿੱਚੋਂ ਉਹਨੂੰ ਗਵਰਨਮੈਂਟ ਲੰਘਣ ਦੇਵੇਗੀ? ਕਿ ਉਸ ਜਗ੍ਹਾ ਦੇ ਲੋਕ ਉਸ ਨੂੰ ਲੰਘਣ ਦੇਣਗੇ? ਉਸ ਵਕਤ ਪਰਮੇਸ਼ਵਰ ਦਾ ਵਚਨ ਯਹੋਸ਼ੂਆ ਨੂੰ ਕਹਿੰਦਾ ਹੈ ਕਿ ਯਹੋਸ਼ੂਆ ਡਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਮੈਂ ਤੇਰੇ ਨਾਲ ਹਾਂ। ਪਰਮੇਸ਼ਵਰ ਨੇ ਉਹਨਾਂ ਲੋਕਾਂ ਦਾ ਡਰ ਯਹੋਸ਼ੂਆ ਦੇ ਮਨ ਚੋਂ ਕੱਢਿਆ। ਪਰਮੇਸ਼ਵਰ ਇੱਕ ਚੀਜ਼ ਚਾਹੁੰਦਾ ਹੈ ਕਿ ਚਾਹੇ ਅਸੀਂ ਕਿਸੇ ਵੀ ਹਾਲਾਤ ਵਿੱਚੋਂ ਗੁਜ਼ਰੀਏ, ਪਰ ਸਾਡੇ ਅੰਦਰ ਹਿਆਬ ਦਾ ਹੋਣਾ ਜ਼ਰੂਰੀ ਹੈ, ਸਾਡੇ ਅੰਦਰ ਦਲੇਰੀ ਦਾ ਹੋਣਾ ਜ਼ਰੂਰੀ ਹੈ, ਸਾਡਾ ਦਿਲ ਤਕੜਾ ਹੋਣਾ ਜ਼ਰੂਰੀ ਹੈ। ਔਰ ਦਿਲ ਤਕੜਾ ਆਪਣੇ ਆਪ ਨਹੀਂ ਹੁੰਦਾ, ਦਿਲ ਤਕੜਾ ਸਾਡਾ ਪਰਮੇਸ਼ਵਰ ਕਰ ਸਕਦਾ ਹੈ। ਜਦੋਂ ਉਹ ਸਾਡੇ ਨਾਲ ਹੋਵੇਗਾ ਤਾਂ ਸਾਡਾ ਦਿਲ ਤਕੜਾ ਹੋਵੇਗਾ, ਕਿਉਂਕਿ ਉਹ ਸਾਡੇ ਨਾਲ ਹੈ। ਸਾਰੀਆਂ ਸਮੱਸਿਆਵਾਂ ਹਾਰ ਜਾਣਗੀਆਂ ਔਰ ਅਸੀਂ ਪਹਿਲਾਂ ਹੀ ਜਿੱਤੇ ਹੋਏ ਹਾਂ। ਬਾਈਬਲ ਦੱਸਦੀ ਹੈ ਪਰਮੇਸ਼ਵਰ ਇਸ ਗੱਲ ਦੀ ਸਾਡੇ ਤੋਂ ਮੰਗ ਕਰਦਾ ਹੈ ਕਿ ਅਸੀਂ ਜਿੱਤ ਦੇ ਉਤਸਵ ਵਿੱਚ ਚੱਲੀਏ, ਔਰ ਪਹਿਲਾਂ ਹੀ ਤੁਸੀਂ ਜਿੱਤੇ ਹੋਏ ਹੋ, ਤੁਸੀਂ ਹਮੇਸ਼ਾ ਲਈ ਜਿੱਤੇ ਹੋਏ ਹੋ। ਯੂ ਵਿਲ ਆਲਵੇਜ਼ ਵਿਨ। ਹਾਲੇਲੂਇਆ। ਤੁਸੀਂ ਪਰਮੇਸ਼ਵਰ ਵਿੱਚ ਹਮੇਸ਼ਾ ਜੇਤੂ ਹੋ, ਤੁਹਾਨੂੰ ਪਰਮੇਸ਼ਵਰ ਨੇ ਜੇਤੂ ਹੋਣ ਲਈ ਸੱਦਿਆ ਹੈ। ਮੈਂ ਚਾਹੁੰਦਾ ਕਿ ਤੁਸੀਂ ਪਰਮੇਸ਼ਵਰ ਦੇ ਵਚਨ ਤੇ ਯਕੀਨ ਕਰੋ, ਕਿਉਂਕਿ ਪਹਿਲਾ ਯੋਹੰਨਾ 4:4 ਆਇਤ ਬਿਆਨ ਕਰਦੀ ਹੈ। ਆਪਾਂ ਪੜਾਂਗੇ ਔਰ ਬੜੇ ਧਿਆਨ ਨਾਲ ਸੁਣਾਂਗੇ। हे ਬੱਚਿਓ, ਤੁਸੀਂ ਤਾਂ ਪਰਮੇਸ਼ਵਰ ਤੋਂ ਹੋ
ਅਤੇ ਉਹਨਾਂ ਨੂੰ ਜਿੱਤ ਲਿਆ ਹੈ। ਤੁਸੀਂ ਪਰਮੇਸ਼ਵਰ ਤੋਂ ਹੋ। ਕਿੰਨੇ ਜਾਣੇ ਤੁਹਾਡੇ ਚੋਂ ਪਰਮੇਸ਼ਵਰ ਤੋਂ ਹਨ? ਆਪਣਾ ਹੱਥ ਖੜਾ ਕਰੋ। ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਪਰਮੇਸ਼ਵਰ ਤੋਂ ਨਹੀਂ ਹਨ, ਉਹ ਸ਼ੈਤਾਨ ਤੋਂ ਹਨ, ਉਹ ਆਪਣੀਆਂ ਅਭਿਲਾਸ਼ਾਵਾਂ ਤੋਂ ਹਨ, ਉਹ ਸੰਸਾਰ ਦੇ ਪਾਪਾਂ ਤੋਂ ਹਨ, ਕਿਉਂਕਿ ਸ਼ੈਤਾਨ ਪਾਪ ਕਰਦਾ ਆਇਆ ਹੈ। ਬਾਈਬਲ ਦੱਸਦੀ ਹੈ ਸੰਸਾਰ ਸਾਰਾ ਹੀ ਪਾਪ ਦੇ ਵਿੱਚ ਪਿਆ ਹੋਇਆ ਹੈ। ਪਰ ਪਲਟ ਕੇ ਪਰਮੇਸ਼ਵਰ ਤੁਹਾਨੂੰ ਆਖਦਾ ਹੈ, ਜਿਹੜੇ ਪਰਮੇਸ਼ਵਰ ਦੇ ਵਿੱਚ ਹੋ, ਜਿਹੜੇ ਪਰਮੇਸ਼ਵਰ ਦੇ ਨਾਲ ਚੱਲਦੇ ਹੋ, ਪਰਮੇਸ਼ਵਰ ਦਾ ਵਚਨ ਆਖਦਾ ਹੈ ਬੱਚਿਓ ਤੁਸੀਂ ਪਰਮੇਸ਼ਵਰ ਤੋਂ ਹੋ ਔਰ ਤੁਸੀਂ ਉਸ ਉੱਤੇ ਜਿੱਤ ਪਾਈ ਹੈ। ਕਿਸ ਉੱਤੇ ਜਿੱਤ ਪਾਈ ਹੈ? ਸ਼ੈਤਾਨ ਦੇ ਉੱਤੇ, ਸੰਸਾਰ ਦੇ ਉੱਤੇ, ਬਿਮਾਰੀਆਂ ਉੱਤੇ, ਮੁਸ਼ਕਲਾਂ ਉੱਤੇ, ਸਮੱਸਿਆਵਾਂ ਦੇ ਉੱਤੇ ਤੁਸੀਂ ਜਿੱਤ ਪਾਈ ਹੈ। ਕਿਉਂ ਜਿੱਤ ਪਾਈ ਹੈ ਪਤਾ ਹੈ? ਕਿਉਂਕਿ ਯੀਸ਼ੂ ਜਿੱਤੇ ਹੋਏ ਨੇ। ਹਾਲੇਲੂਇਆ। ਉਹਨਾਂ ਨੇ ਸੰਸਾਰ ਨੂੰ ਜਿੱਤ ਲਿਆ ਹੈ। ਉਹਨਾਂ ਨੇ ਕਿਹਾ ਹੈ ਮੈਂ ਜਗਤ ਨੂੰ ਜਿੱਤ ਲਿਆ ਹੈ। ਜਦੋਂ ਉਹਨਾਂ ਨੇ ਜਗਤ ਨੂੰ ਜਿੱਤ ਲਿਆ ਹੈ ਤਾਂ ਤੁਸੀਂ ਵੀ ਜਿੱਤੇ ਹੋਏ ਹੋ। ਤੁਸੀਂ ਵੀ ਜਿੱਤੇ ਹੋਏ ਹੋ, ਬਿਕॉज ਉਸਨੇ ਜਿੱਤ ਪਾਈ ਔਰ ਅਸੀਂ ਉਸ ਦੇ ਨਾਲ ਹਾਂ ਔਰ ਅਸੀਂ ਜੇਤੂ ਹਾਂ ਔਰ ਉਸਨੇ ਆਪਣੀ ਜਿੱਤ ਸਾਨੂੰ ਦਿੱਤੀ ਹੈ ਔਰ ਅਸੀਂ ਜਿੱਤ ਦੇ ਉਤਸਵ ਦੇ ਵਿੱਚ ਚੱਲਦੇ ਹਾਂ। ਔਰ ਪਰਮੇਸ਼ਰ ਦਾ ਵਚਨ ਇਸ ਜਗ੍ਹਾ ਤੇ ਕਹਿੰਦਾ ਹੈ, ਅੱਗੇ ਪੜਾਂਗੇ, ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ, ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੋ ਉਹਦੇ ਨਾਲੋਂ ਵੱਡਾ ਹੈ, ਉਹ ਉਹਦੇ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ। ਜਿਹੜਾ ਸੰਸਾਰ ਵਿੱਚ ਹੈ। ਹਾਲੇਲੂਇਆ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਹਾਡੇ ਅੰਦਰ ਜੋ ਹੈ ਉਹ ਬਹੁਤ ਵੱਡਾ ਹੈ ਉਹਦੇ ਨਾਲੋਂ ਜਿਹੜਾ ਸੰਸਾਰ ਦੇ ਵਿੱਚ ਹੈ? ਸੰਸਾਰ ਦੇ ਵਿੱਚ ਸ਼ੈਤਾਨ ਹੈ, ਸੰਸਾਰ ਦੇ ਵਿੱਚ ਦੁਸ਼ਟ ਹੈ, ਪਰ ਬਾਈਬਲ ਦੱਸਦੀ ਹੈ ਕਿ ਜਿਹੜਾ ਪਰਮੇਸ਼ਵਰ ਦਾ ਆਤਮਾ ਅਰਥਾਤ ਪਵਿੱਤਰ ਆਤਮਾ ਜਿਹੜਾ ਤੁਹਾਡੇ ਅੰਦਰ ਹੈ ਉਹ ਬਹੁਤ ਵੱਡਾ ਹੈ, ਉਹ ਜੇਤੂ ਹੈ। ਹਾਲੇਲੂਇਆ। ਖੁਸ਼ੀ ਨਾਲ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਸਕਦੇ ਹੋ ਕਿ ਮੈਂ ਜੇਤੂ ਹਾਂ, ਮੈਂ ਜਿੱਤਿਆ ਹੋਇਆ ਹਾਂ, ਮੈਂ ਹਾਰਿਆ ਹੋਇਆ ਨਹੀਂ ਹਾਂ। ਮੈਨੂੰ ਪਰਮੇਸ਼ਵਰ ਨੇ ਜਿੱਤ ਪਾਉਣ ਲਈ ਸੱਦਿਆ ਹੈ, ਪਰਮੇਸ਼ਵਰ ਨੇ ਮੈਨੂੰ ਤਕੜੇ ਹੋਣ ਲਈ ਸੱਦਿਆ ਹੈ, ਪਰਮੇਸ਼ਵਰ ਨੇ ਮੈਨੂੰ ਦਲੇਰੀ ਦਾ ਆਤਮਾ ਦਿੱਤਾ ਹੈ, ਪਰਮੇਸ਼ਵਰ ਨੇ ਮੈਨੂੰ ਡਰਨ ਦਾ ਆਤਮਾ ਨਹੀਂ ਦਿੱਤਾ, ਪਰਮੇਸ਼ਵਰ ਨੇ ਮੈਨੂੰ ਹਿਆਵ ਦਾ ਆਤਮਾ ਦਿੱਤਾ ਹੈ, ਜਿਸ ਦੇ ਕਾਰਨ ਮੈਂ ਪਰਮੇਸ਼ਵਰ ਨੂੰ ਅੱਬਾ ਅਤੇ ਪਿਤਾ ਕਹਿ ਕੇ ਪੁਕਾਰਦਾ ਹਾਂ। ਮੈਨੂੰ ਉਹਨੇ ਅਧਿਕਾਰ ਦਿੱਤਾ ਹੈ ਕਿ ਮੈਂ ਪਰਮੇਸ਼ਵਰ ਨੂੰ ਆਪਣਾ ਪਿਤਾ, ਆਪਣਾ ਡੈਡੀ ਕਹਿ ਸਕਾਂ, ਕਿਉਂਕਿ ਅਸੀਂ ਉਸ ਦੀ ਸੰਤਾਨ ਹਾਂ ਜੋ ਪਰਮੇਸ਼ਵਰ ਤੋਂ ਪੈਦਾ ਹੋਏ ਨੇ। ਉਹਨਾਂ ਨੂੰ ਪਰਮੇਸ਼ਰ ਦਾ ਵਚਨ ਆਖਦਾ ਹੈ ਬੱਚਿਓ ਤੁਸੀਂ ਪਰਮੇਸ਼ਵਰ ਤੋਂ ਹੋ ਔਰ ਤੁਸੀਂ ਉਸ ਉੱਤੇ ਜਿੱਤ ਪਾਈ ਹੈ, ਕਿਉਂਕਿ ਜਿਹੜਾ ਤੁਹਾਡੇ ਅੰਦਰ ਹੈ ਉਹ ਉਸ ਨਾਲੋਂ ਬਹੁਤ ਵੱਡਾ ਹੈ ਜੋ ਸੰਸਾਰ ਦੇ ਅੰਦਰ ਹੈ। ਹਾਲੇਲੂਇਆ। ਪ੍ਰਭੂ ਦੀ ਸਤੁਤੀ ਹੋਵੇ। ਪਰਮੇਸ਼ਰ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਦੱਸਦਾ ਹੈ ਕਿ ਤੁਸੀਂ ਇੱਕ ਵੱਡੇ ਪਰਮੇਸ਼ਰ ਦੇ ਸਮਰਥੀ ਆਤਮਾ ਦੇ ਨਾਲ ਭਰਪੂਰ ਹੋ ਔਰ ਇਸ ਗੱਲ ਲਈ ਹੁਣ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਕਈ ਵਾਰ ਸਾਨੂੰ ਸਾਡਾ ਵਿਰੋਧੀ, ਸਾਡਾ ਦੁਸ਼ਮਣ ਬਹੁਤ ਤਾਕਤਵਰ ਲੱਗ ਸਕਦਾ ਹੈ, ਸਾਨੂੰ ਲੱਗ ਸਕਦਾ ਹੈ ਕਿ ਉਹ ਬਹੁਤ ਜ਼ਿਆਦਾ ਤਾਕਤਵਰ ਹੈ, ਜਿਵੇਂ ਕਿ ਦਾਊਦ ਦੇ ਸਮੇਂ ਗੋਲੀਅਤ ਉਸ ਦੇ ਸਾਹਮਣੇ ਸੀ ਔਰ ਬਹੁਤ ਤਾਕਤਵਰ ਲੱਗਦਾ ਸੀ, ਬਹੁਤ ਵੱਡਾ ਸੂਰਮਾ ਲੱਗਦਾ ਸੀ, ਬਹੁਤ ਵੱਡਾ ਉਹ ਵਿਜੇਤਾ ਲੱਗਦਾ ਸੀ। ਪਰ ਜਦੋਂ ਪਰਮੇਸ਼ਵਰ ਦਾ ਇੱਕ ਛੋਟਾ ਜਿਹਾ ਚੁਣਿਆ ਹੋਇਆ ਦਾਊਦ, ਪਰਮੇਸ਼ਵਰ ਦਾ ਚੁਣਿਆ ਹੋਇਆ ਦਾਊਦ ਉਹਦੇ ਆਤਮਾ ਨਾਲ ਭਰ ਕੇ ਉਸ ਦੇ ਸਾਹਮਣੇ ਖੜਾ ਹੋਇਆ ਤਾਂ ਉਹ ਗੋਲੀਅਤ ਸਿਰਫ ਇੱਕ ਪੱਥਰ ਦੇ ਨਾਲ ਹੀ ਗਿਰ ਗਿਆ। ਤੁਸੀਂ ਜਾਣਦੇ ਹੋ ਕਿ ਉਹ ਪੱਥਰ ਦੀ ਤਾਕਤ ਨਾਲ ਨਹੀਂ ਗਿਰਿਆ, ਉਹ ਪਰਮੇਸ਼ਵਰ ਦੇ ਆਤਮਾ ਦੀ ਤਾਕਤ ਨਾਲ ਗਿਰ ਗਿਆ, ਕਿਉਂਕਿ ਪਰਮੇਸ਼ਵਰ ਦੇ ਸਾਹਮਣੇ ਕੋਈ ਵੀ ਖੜਾ ਨਹੀਂ ਰਹਿ ਸਕਦਾ। ਸੋ ਬਾਈਬਲ ਦੱਸਦੀ ਹੈ ਐਡੀ ਤੱਤੀ ਪ੍ਰਤੀਤ ਦਾ ਕੌਣ ਹੈ ਜੋ ਪਰਮੇਸ਼ਵਰ ਦੇ ਸਾਹਮਣੇ ਖੜਨ ਦਾ ਹਿਆਉ ਕਰ ਸਕੇ। ਸੋ ਪਰਮੇਸ਼ਵਰ ਦਾ ਧੰਨਵਾਦ ਹੈ ਕਿ ਉਹ ਪਰਮੇਸ਼ਵਰ ਜਿਸ ਦਾ ਟਾਕਰਾ ਕੋਈ ਨਹੀਂ ਕਰ ਸਕਦਾ, ਉਹ ਪਰਮੇਸ਼ਵਰ ਸਾਡੇ ਨਾਲ ਹੈ। ਉਹ ਪਰਮੇਸ਼ਵਰ ਵਾਅਦਾ ਕਰਦਾ ਹੈ ਨਾ ਮੈਂ ਤੈਨੂੰ ਕਦੀ ਛੱਡਾਂਗਾ, ਨਾ ਮੈਂ ਤੈਨੂੰ ਕਦੀ ਤਿਆਗਾਂਗਾ। ਉਹ ਪਰਮੇਸ਼ਵਰ ਆਖਦਾ ਹੈ ਨਾ ਮੈਂ ਤੈਨੂੰ ਕਦੇ ਭੁੱਲਾਂਗਾ। ਉਹ ਪਰਮੇਸ਼ਵਰ ਸਾਨੂੰ ਕਦੀ ਵੀ ਛੱਡਦਾ ਨਹੀਂ, ਭੁੱਲਦਾ ਨਹੀਂ, ਤਿਆਗਦਾ ਨਹੀਂ। ਬੇਸ਼ੱਕ ਸਾਡੇ ਆਪਣੇ ਮਾਤਾ ਪਿਤਾ ਸਾਨੂੰ ਛੱਡ ਦੇਣ, ਬੇਸ਼ੱਕ ਭੈਣ ਭਰਾ ਸਾਨੂੰ ਛੱਡ ਦੇਣ, ਪਰਮੇਸ਼ਰ ਦਾ ਵਚਨ ਆਖਦਾ ਹੈ ਜਦੋਂ ਤੇਰੇ ਮਾਂ-ਬਾਪ ਤੈਨੂੰ ਛੱਡ ਦੇਣਗੇ ਮੈਂ ਤੈਨੂੰ ਗਲੇ ਲਗਾਵਾਂਗਾ। ਪਰਮੇਸ਼ਰ ਦਾ ਵਚਨ ਆਖਦਾ ਹੈ ਕਿ ਮੈਂ ਤੈਨੂੰ ਕਦੀ ਨਹੀਂ ਭੁੱਲਾਂਗਾ, ਕਦੀ ਨਹੀਂ ਛੱਡਾਂਗਾ, ਕਦੀ ਨਹੀਂ ਤਿਆਗਾਂਗਾ। ਉਹ ਪਰਮੇਸ਼ਵਰ ਅੱਜ ਸਾਡੇ ਨਾਲ ਹੈ ਔਰ ਉਹ ਸਾਡੇ ਤੋਂ ਮੰਗ ਕਰਦਾ ਹੈ ਕਿ ਅਸੀਂ ਤਕੜੇ ਹੋਈਏ, ਦਲੇਰੀ ਦੇ ਆਤਮਾ ਨਾਲ ਭਰਪੂਰ ਹੋਈਏ,
ਔਰ ਪਰਮੇਸ਼ਵਰ ਵਿੱਚ ਆਨੰਦ ਮਨਾਈਏ ਔਰ ਉਹਦੇ ਵਿੱਚ ਪ੍ਰਭੂ ਦੇ ਨਾਮ ਨੂੰ ਉੱਚਾ ਕਰਦੇ ਹੋਏ ਆਨੰਦ ਦੇ ਗੀਤ ਗਾਈਏ, ਉਸ ਦੀ ਸਤੁਤੀ ਕਰੀਏ, ਕਿਉਂਕਿ ਉਹ ਪਰਮੇਸ਼ਵਰ ਭਲਾ ਹੈ। ਮੁਸ਼ਕਲ ਚਾਹੇ ਕਿੱਡੀ ਵੀ ਵੱਡੀ ਹੋਵੇ, ਪਰ ਪਰਮੇਸ਼ਵਰ ਦਾ ਵਚਨ ਆਖਦਾ ਹੈ ਕਿ ਤੁਸੀਂ ਜਿੱਤੇ ਹੋਏ ਹੋ। ਹਾਲੇਲੂਇਆ। ਔਰ ਅਸੀਂ ਦੇਖਾਂਗੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਯਸ਼ਾਇਆ ਦੀ ਕਿਤਾਬ ਉਸ ਦਾ 54 ਦੀ 17 ਆਇਤ ਨੂੰ, ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ, ਜਿਹੜਾ ਹਥਿਆਰ ਤੇਰੇ ਵਿਰੁੱਧ ਬਣਾਇਆ ਜਾਵੇ। ਤੁਸੀਂ ਜਾਣਦੇ ਹੋ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਹਥਿਆਰ ਜਿਹੜੇ ਨੇ ਉਹ ਬਣਾਏ ਜਾਂਦੇ ਨੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ। ਹਥਿਆਰ ਦਾ ਮਤਲਬ ਜਾਣਦੇ ਹੋ, ਹਥਿਆਰ ਕਈ ਤਰ੍ਹਾਂ ਦੇ ਹੁੰਦੇ ਨੇ, ਜਿਵੇਂ ਕਿ ਕਰੋਨਾ ਵਾਇਰਸ ਇਹ ਵੀ ਇੱਕ ਹਥਿਆਰ ਹੈ, ਇਹ ਸ਼ੈਤਾਨ ਦੇ ਵੱਲੋਂ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਵਾਇਰਸ ਹੁੰਦੇ ਨੇ, ਇਸ ਤਰ੍ਹਾਂ ਦੀਆਂ ਦੁਸ਼ਟ ਆਤਮਾਵਾਂ ਹੁੰਦੀਆਂ ਨੇ, ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਵੀ ਹਥਿਆਰ ਹੁੰਦੇ ਨੇ। ਕੋਈ ਕਿਸੇ ਤੇ ਜਾਦੂ ਕਰ ਰਿਹਾ ਹੈ, ਕੋਈ ਕਿਸੇ ਤੇ ਟੂਣਾ ਕਰ ਰਿਹਾ ਹੈ, ਕੋਈ ਕਿਸੇ ਦਾ ਕੰਮ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕੋਈ ਕਿਸੇ ਦਾ ਘਰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਥਿਆਰ ਬਣਾ ਰਹੇ ਨੇ ਲੋਕ। ਕਿਉਂ ਬਣਾ ਰਹੇ ਨੇ ਪਤਾ ਹੈ? ਕਿਉਂਕਿ ਕਿਸੇ ਦੀ ਖੁਸ਼ੀ ਦੂਜੇ ਤੋਂ ਜ਼ਰ ਨਹੀਂ ਹੁੰਦੀ ਔਰ ਉਹ ਦੂਜੇ ਦੇ ਵਿਰੁੱਧ ਕੁਝ ਨਾ ਕੁਝ ਕਰਦਾ ਹੈ। ਅੱਜ ਦੇ ਸਮੇਂ ਵਿੱਚ ਹਰ ਦੁਸ਼ਮਣ ਆਪਣੇ ਦੁਸ਼ਮਣ ਦੇ ਹਾਰ ਦੇ ਲਈ ਹਥਿਆਰ ਬਣਾਉਂਦਾ ਹੈ। ਪਰ ਧੰਨਵਾਦ ਹੋਵੇ ਪਰਮੇਸ਼ਵਰ ਦਾ, ਬਾਈਬਲ ਸਾਨੂੰ ਇਹ ਬਿਆਨ ਕਰਦੀ ਹੈ, ਹਰ ਹਥਿਆਰ ਜਿਹੜਾ ਤੁਹਾਡੇ ਵਿਰੁੱਧ ਬਣਾਇਆ ਜਾਏਗਾ, ਪਰਮੇਸ਼ਵਰ ਦੇ ਲੋਕਾਂ ਦੇ ਵਿਰੁੱਧ ਬਣਾਇਆ ਜਾਏਗਾ। ਚਾਹੇ ਉਹ ਜਾਦੂ ਹੋਵੇ, ਚਾਹੇ ਉਹ ਟੂਣਾ ਹੋਵੇ, ਚਾਹੇ ਉਹ ਵਾਇਰਸ ਹੋਵੇ, ਹਰ ਹਥਿਆਰ ਜਿਹੜਾ ਤੁਹਾਡੇ ਵਿਰੁੱਧ ਬਣਾਇਆ ਗਿਆ ਹੈ ਉਹ ਨਿਕੰਮਾ ਹੋਵੇਗਾ। ਹਾਲੇਲੂਇਆ। ਬਾਈਬਲ ਕੀ ਦੱਸਦੀ ਪੜਾਂਗੇ, ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ। ਉਹ ਨਿਕੰਮਾ ਹੋਵੇਗਾ। ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਂ ਲਈ ਉੱਠੇ, ਹਰ ਜੀਭ ਜਿਹੜੀ ਤੇਰੇ ਵਿਰੁੱਧ ਨਿਆਂ ਲਈ ਉੱਠੇ, ਤੂੰ ਦੋਸ਼ੀ ਠਹਿਰਾਵੇਂਗੀ, ਉਹ ਦੋਸ਼ੀ ਠਹਿਰੇਗੀ। ਹਾਲੇਲੂਇਆ। ਸਭ ਧਿਆਨ ਨਾਲ ਸੁਣੋ, ਪਰਮੇਸ਼ਰ ਦਾ ਵਚਨ ਆਖਦਾ ਹੈ ਕਿ ਹਰ ਜੀਭ ਜਿਹੜੀ ਤੁਹਾਡੇ ਵਿਰੁੱਧ, ਅੱਜ ਅਸੀਂ ਵੇਖਦੇ ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਪਰਮੇਸ਼ਰ ਦੇ ਲੋਕਾਂ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਨੇ ਔਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਉਣ ਤੋਂ ਬਿਨਾਂ ਉਹਨਾਂ ਦੇ ਕੋਲ ਹੋਰ ਹੈ ਵੀ ਕੀ, ਹੋਰ ਕਰ ਵੀ ਕੀ ਸਕਦੇ ਨੇ। ਉਹ ਕਹਿੰਦੇ ਨੇ ਕਿ ਪੈਸੇ ਦੇ ਕੇ ਧਰਮ ਬਦਲਦੇ ਨੇ, ਜਾਂ ਜੇ ਕੋਈ ਪ੍ਰਭੂ ਤੇ ਵਿਸ਼ਵਾਸ ਕਰ ਲਵੇ ਤਾਂ ਉਹਨੂੰ ਕਹਿੰਦੇ ਨੇ ਕਿ ਇਹ ਇਸ ਤਰ੍ਹਾਂ ਬਣ ਗਿਆ ਹੈ, ਉਹ ਬਣ ਗਿਆ ਹੈ, ਉਹ ਬਣ ਗਿਆ। ਮੈਂ ਕਹਿਣਾ ਨਹੀਂ ਚਾਹੁੰਦਾ, ਬਹੁਤ ਸਾਰੇ ਅੱਜ ਸ਼ਬਦ ਨੇ ਜਿਹੜੇ ਬੋਲੇ ਜਾਂਦੇ ਨੇ ਔਰ ਪਰ ਮੈਂ ਕਹਿਣਾ ਚਾਹੁੰਦਾ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਹਰ ਜੀਭ ਜਿਹੜੀ ਪਰਮੇਸ਼ਰ ਦੇ ਲੋਕਾਂ ਦੇ ਵਿਰੁੱਧ ਬੋਲਦੀ ਹੈ ਉਹ ਝੂਠੀ ਠਹਿਰੇਗੀ। ਕਿਉਂਕਿ ਜਦੋਂ ਪਰਮੇਸ਼ਰ ਨਿਆਂ ਕਰੇਗਾ उस वक्त पता चलेगा कि सही की सी और गलत की सी। पर परमेश्वर का धन्यवाद है, परमेश्वर के लोगों के विरुद्ध हर हथियार जड़ा बनाया जाता है वो निकम्मा ठहरता है। और अगे पढ़ांगे, ਇਹ ਯਹੋਵਾ ਦੇ ਦਾਸਾਂ ਦਾ ਅਧਿਕਾਰ ਹੈ। ਇਹ ਪਰਮੇਸ਼ਵਰ ਦੇ ਦਾਸਾਂ ਦਾ ਅਧਿਕਾਰ ਹੈ। ਹੋ ਸਕਦਾ ਤੁਸੀਂ ਸੇਵਕ ਹੋ, ਪਾਸਟਰ ਹੋ, ਜੇ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਅੱਜ ਸੁਣ ਰਹੇ ਹੋ, ਤੁਹਾਨੂੰ ਕਹਿਣਾ ਚਾਹੁੰਦਾ ਕਿ ਪਰਮੇਸ਼ਵਰ ਦੇ ਲੋਕਾਂ ਦਾ ਇਹ ਅਧਿਕਾਰ ਹੈ। ਅਗਰ ਤੁਸੀਂ ਪਰਮੇਸ਼ਵਰ ਦੇ ਵਿੱਚ ਹੋ ਤਾਂ ਤੁਹਾਡਾ ਅਧਿਕਾਰ ਹੈ ਕਿ ਕੋਈ ਚੀਜ਼ ਤੁਹਾਡੇ ਅਗੇਂਸਟ ਖੜੀ ਨਹੀਂ ਰਹਿ ਸਕਦੀ। ਔਰ ਅੱਗੇ ਪੜਾਂਗੇ, ਮੇਰੇ ਨਾਲ ਆਈਏ ਪ੍ਰਭੂ ਦੇ ਵਚਨ ਦੇ ਵਿੱਚ ਜ਼ਬੂਰ 27 ਦੀ 1 ਤੋਂ ਲੈ ਕੇ 3 ਆਇਤ ਤੱਕ। ਜ਼ਬੂਰਾਂ ਦੀ ਪੋਥੀ, ਦ ਬੁੱਕ ਆਫ ਸਾਮਸ 27 ਚੈਪਟਰ 1 ਤੋਂ ਲੈ ਕੇ 3 ਤੱਕ 1 to 3 ਅਸੀਂ ਦੇਖਦੇ ਹਾਂ ਪਰਮੇਸ਼ਰ ਦਾ ਵਚਨ। ਯਹੋਵਾ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ। ਯਹੋਵਾ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ। ਮੈਂ ਕਿਸ ਤੋਂ ਡਰਾਂ? ਦੇਖੋ ਇਸ ਜਗ੍ਹਾ ਤੇ ਲਿਖਿਆ ਹੈ ਮੇਰਾ ਬਚਾਉਣ ਵਾਲਾ ਪਰਮੇਸ਼ਰ ਹੈ, ਮੈਂ ਕਿਸ ਤੋਂ ਡਰਾਂ। ਯਹੋਵਾ ਮੇਰੇ ਜੀਉਣ ਦਾ ਗੜ੍ਹ ਹੈ। ਪਰਮੇਸ਼ਰ ਮੇਰੇ ਜੀਉਣ ਦਾ ਗੜ੍ਹ ਹੈ। ਮੈਂ ਕਿਸ ਤੋਂ ਭੈ ਖਾਵਾਂ? ਮੈਂ ਕਿਸ ਤੋਂ ਡਰਾਂ। ਜਦ ਬੁਰਿਆਰ ਅਰਥਾਤ ਮੇਰੇ ਵਿਰੋਧੀ ਅਰ ਵੈਰੀ, ਜਦ ਮੇਰੇ ਬੁਰਿਆਰ ਵਿਰੋਧੀ ਅਤੇ ਵੈਰੀ ਮੇਰਾ ਮਾਸ ਖਾਣ ਨੂੰ ਨੇੜੇ ਆਏ, ਜਦੋਂ ਉਹ ਮੇਰਾ ਮਾਸ ਖਾਣ ਨੂੰ ਨੇੜੇ ਆਏ ਤਾਂ ਉਹ ਠੇਡਾ ਖਾ ਕੇ ਡਿੱਗ ਪਏ। ਉਹ ਠੇਡਾ ਖਾ ਕੇ ਡਿੱਗ ਪਏ। ਭਾਵੇਂ ਇੱਕ ਦਲ ਮੇਰੇ ਵਿਰੁੱਧ ਡੇਰਾ ਲਾ ਲਵੇ, ਭਾਵੇਂ ਇੱਕ ਦਲ ਮੇਰੇ ਵਿਰੁੱਧ ਡੇਰਾ ਲਾ ਲਵੇ, ਤਾਂ ਵੀ ਮੇਰਾ ਦਿਲ ਨਾ ਡਰੇਗਾ। ਤਾਂ ਵੀ ਮੇਰਾ ਦਿਲ ਨਾ ਡਰੇਗਾ। ਹਾਲੇਲੂਇਆ। ਕਿ ਤੁਸੀਂ ਖੁਸ਼ੀ ਨਾਲ ਪਰਮੇਸ਼ਰ ਦੀ ਮਹਿਮਾ ਕਰ ਸਕਦੇ ਹੋ। ਪਰਮੇਸ਼ਰ ਦਾ ਵਚਨ ਕਹਿੰਦਾ ਹੈ ਚਾਹੇ ਇੱਕ ਦਲ ਮੇਰੇ ਵਿਰੁੱਧ ਡੇਰਾ ਲਾ ਲਵੇ ਪਰ ਮੈਂ ਨਹੀਂ ਡਰਾਂਗਾ, ਮੇਰਾ ਦਿਲ ਨਹੀਂ ਡਰੇਗਾ। ਪਤਾ ਕਿਉਂ? ਕਿਉਂਕਿ ਪਰਮੇਸ਼ਰ ਮੇਰੇ ਨਾਲ ਹੈ। और तुसी जानते हो डर क्यों नहीं है? क्योंकि मौत का डर परमेश्वर ने साडी जिंदगी चो कढ दिता है। जिउने है तो परमेश्वर साडे नाल है, मर जावांगे तो असी परमेश्वर दे नाल होवांगे ते फिर डर काहदा है? परमेश्वर दा धन्नवाद होवे कि वो साडे नाल है। वो सानू कदी छड्डदा नहीं, कदी भुल्लदा नहीं,
ਕਦੀ ਤਿਆਗਦਾ ਨਹੀਂ। ਉਹ ਪਰਮੇਸ਼ਰ ਆਖਦਾ ਹੈ ਉਸ ਤੋਂ ਨਾ ਡਰੋ, ਜਿਹੜੇ ਦੇਹ ਨੂੰ ਮਾਰ ਸਕਦੇ ਨੇ ਪਰ ਤੁਹਾਡੇ ਆਤਮਾ ਨੂੰ ਨਹੀਂ ਮਾਰ ਸਕਦੇ, ਪਰ ਉਸ ਤੋਂ ਡਰੋ ਜਿਹੜਾ ਤੁਹਾਡੀ ਦੇਹ ਅਤੇ ਆਤਮਾ ਦੋਨਾਂ ਨੂੰ ਨਰਕ ਵਿੱਚ ਸੁੱਟਣ ਦੀ ਸ਼ਕਤੀ ਰੱਖਦਾ ਹੈ। ਸਾਨੂੰ ਉਸ ਤੋਂ ਡਰਨ ਦੀ ਲੋੜ ਹੈ। ਬਾਈਬਲ ਸਾਨੂੰ ਦੱਸਦੀ ਹੈ, ਮੈਂ ਕਿਸ ਤੋਂ ਡਰਾਂ? ਪਰਮੇਸ਼ਰ ਦਾ ਜਨ ਆਖਦਾ ਹੈ, ਮੈਂ ਕਿਸ ਦਾ ਭੈ ਖਾਵਾਂ? ਪਰਮੇਸ਼ਰ ਦਾ ਭੈ ਰੱਖਣਾ ਭਲਾ ਹੈ, ਸਿਰਫ ਉਸ ਦਾ ਭੈ ਰੱਖਣਾ ਭਲਾ ਹੈ। ਯਹੋਵਾ ਮੇਰੇ ਬਚਾਅ ਦਾ ਗੜ੍ਹ ਹੈ, ਮੈਂ ਕਿਸ ਤੋਂ ਡਰਾਂ? ਤਾਂ ਸਾਨੂੰ ਪਰਮੇਸ਼ਰ ਤੋਂ ਹੀ ਡਰਨਾ ਚਾਹੀਦਾ ਹੈ, ਪਰਮੇਸ਼ਰ ਦੀ ਪਨਾਹ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ। ਔਰ ਪਰਮੇਸ਼ਰ ਦਾ ਧੰਨਵਾਦ ਹੋਵੇ, ਤੁਸੀਂ ਲਗਾਤਾਰ ਪਰਮੇਸ਼ਰ ਦੇ ਵਚਨ ਨੂੰ ਮੈਡੀਟੇਟ ਕਰ ਸਕਦੇ ਹੋ, ਧਿਆਨ ਦੇ ਸਕਦੇ ਹੋ। ਮੈਂ 2-3 ਆਇਤਾਂ ਹੋਰ ਪੜਾਂਗਾ। ਅਫੀਸੀਅੰਸ ਚੈਪਟਰ 6 ਵਰਸ 13, ਅਫਸੀਆਂ ਦਾ ਖਤ ਉਹਦਾ 6 ਅਧਿਆਇ ਦੀ 13 ਆਇਤ। ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਤੇ ਵਸਤਰ ਲੈ ਲਵੋ। ਇਸ ਲਈ ਪਰਮੇਸ਼ਰ ਦੇ ਸਾਰੇ ਅਸਤਰ ਸ਼ਸਤਰ ਧਾਰ ਲਵੋ, ਭਾਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ। ਬੁਰੇ ਦਿਨਾਂ ਵਿੱਚ ਸਾਹਮਣਾ ਕਰ ਸਕੋ। ਤੁਸੀਂ ਜਾਣਦੇ ਹੋ ਕਿ ਆ ਜਿਹੜਾ ਸਮਾਂ ਚੱਲ ਰਿਹਾ ਹੈ, ਇਹ ਬਹੁਤ ਹੀ ਬੁਰਾ ਸਮਾਂ ਚੱਲ ਰਿਹਾ ਹੈ। ਮੈਂ ਚਾਹੁੰਦਾ ਕਿ ਇਸ ਆਇਤ ਨੂੰ ਦੁਬਾਰਾ ਪੜ੍ਹ ਲਈਏ। ਇਸੇ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਤੇ ਵਸਤਰ ਲੈ ਲਵੋ। ਪਰਮੇਸ਼ਰ ਦੇ ਸਾਰੇ ਅਸਤਰ ਸ਼ਸਤਰ ਲੈ ਲਵੋ, ਭਾਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਸਾਹਮਣਾ ਕਰ ਸਕੋ ਅਤੇ ਸਭ ਕੁਝ ਮੁਕਾ ਕੇ ਖਲੋ ਸਕੋ। ਸਾਰੀਆਂ ਚੀਜ਼ਾਂ ਮੁਕਾ ਕੇ ਖੜੇ ਰਹਿ ਸਕੋ। ਪਰਮੇਸ਼ਰ ਦਾ ਧੰਨਵਾਦ ਹੋਵੇ। ਸਾਰੇ ਬੁਰੇ ਦਿਨ ਮੁੱਕ ਜਾਣਗੇ ਪਰ ਤੁਸੀਂ ਖੜੇ ਰਹੋਗੇ। ਸਾਰੀਆਂ ਬੁਰਾਈਆਂ ਖਤਮ ਹੋ ਜਾਣਗੀਆਂ ਪਰ ਤੁਸੀਂ ਖੜੇ ਰਹੋਗੇ, ਕਿਉਂਕਿ ਬਾਈਬਲ ਦੱਸਦੀ ਹੈ ਪਰਮੇਸ਼ਵਰ ਦੇ ਸਾਰੇ ਅਸਤਰ ਤੇ ਸ਼ਸਤਰ ਪਹਿਨ ਲਵੋ ਕਿ ਤੁਸੀਂ ਬੁਰੇ ਦਿਨਾਂ ਦਾ ਕੀ ਕਰ ਸਕੋ? ਸਾਹਮਣਾ ਕਰ ਸਕੋ। ਅੱਜ ਜਿਹੜਾ ਸਮਾਂ ਚੱਲ ਰਿਹਾ ਹੈ, ਬਹੁਤ ਹੀ ਬੁਰਾ ਸਮਾਂ ਚੱਲ ਰਿਹਾ ਹੈ ਸੰਸਾਰ ਦਾ। ਬੜੇ ਬੜੇ ਉਦਯੋਗਪਤੀ, ਕੱਲ ਮੈਨੂੰ ਕੋਈ ਦੱਸ ਰਿਹਾ ਸੀ ਕਿ ਇੱਕ ਯੂਕੇ ਦੇ ਵਿੱਚ ਲੰਡਨ 'ਚ ਇੱਕ ਬਹੁਤ ਵੱਡੀ ਏਜੰਸੀ ਦਾ ਮਾਲਕ ਜਿਹੜਾ ਹੈ ਉਹ ਅਰਬਾਂ ਖਰਬਾਂ ਪਤੀ ਸੀ, ਔਰ ਉਹ ਕੁਝ ਮਹੀਨਿਆਂ ਦੇ ਵਿੱਚ ਹੀ ਰੋਡ ਤੇ ਆ ਗਿਆ ਹੈ, ਬਿਕੋਜ਼ ਉਹਦਾ ਸਾਰਾ ਜਿਹੜਾ ਜੋ ਬਿਜ਼ਨਸ ਸੀ ਉਹ ਠੱਪ ਹੋਣ ਦੇ ਕਾਰਨ ਉਹ ਲਾਸ ਦੇ ਵਿੱਚ ਚਲਾ ਗਿਆ। ਮੈਂ ਦੱਸਣਾ ਕੀ ਚਾਹੁੰਦਾ, ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਬੁਰੇ ਦਿਨ ਚੱਲ ਰਹੇ ਨੇ, ਔਰ ਹੋ ਸਕਦਾ ਇਸ ਤੋਂ ਵੀ ਬੁਰੇ ਹੋ ਜਾਣ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਤਾਂ ਕੋਈ ਕਿਸੇ ਦੀ ਮਦਦ ਵੀ ਨਹੀਂ ਕਰਦਾ, ਸਰਕਾਰ ਵੀ ਮਦਦ ਨਹੀਂ ਕਰਦੀ, ਇੱਥੇ ਕੋਈ ਕਿਸੇ ਦੀ ਹੈਲਪ ਨਹੀਂ ਕਰਦਾ, ਪਰ ਸਾਡੀ ਮਦਦ, ਸਾਡੀ ਸਹਾਇਤਾ ਕੇਵਲ ਪਰਮੇਸ਼ਵਰ ਕਰਦਾ ਹੈ। ਪਰਮੇਸ਼ਵਰ ਮਦਦ ਕਰਦਾ ਹੈ, ਪਰਮੇਸ਼ਵਰ ਸਹਾਇਤਾ ਕਰਦਾ ਹੈ। ਸੋ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਤੁਸੀਂ ਪਰਮੇਸ਼ਵਰ ਦੇ ਤੇ ਸ਼ਸਤਰਾਂ ਨੂੰ ਤਾਰੋ, ਉਹਦੇ ਵਚਨ ਨੂੰ ਪਹਿਨ ਲਵੋ, ਉਹਦੇ ਆਤਮਾ ਨੂੰ ਪਹਿਨ ਲਵੋ, ਉਹਦੇ ਸਾਰੇ ਉਹਨਾਂ ਹਥਿਆਰਾਂ ਨੂੰ ਜੋ ਪਰਮੇਸ਼ਵਰ ਦੇ ਆਤਮਿਕ ਹਥਿਆਰ ਨੇ ਉਹਨਾਂ ਨੂੰ ਪਹਿਨ ਲਵੋ ਕਿ ਤੁਸੀਂ ਬੁਰੇ ਦਿਨਾਂ ਦਾ ਸਾਹਮਣਾ ਕਰ ਸਕੋ ਤੇ ਸਭ ਕੁਝ ਪੂਰਾ ਕਰਕੇ ਖੜੇ ਰਹਿ ਸਕੋ। ਉਹ ਹਾਲੇਲੂਇਆ, ਪ੍ਰਭੂ ਦੀ ਸਤੁਤੀ ਹੋਵੇ ਕਿ ਪਰਮੇਸ਼ਰ ਇਸ ਵਚਨ ਦੁਆਰਾ ਦੱਸਣਾ ਚਾਹੁੰਦੇ ਨੇ ਕਿ ਬੁਰੇ ਦਿਨ ਖਤਮ ਹੋ ਜਾਣਗੇ ਪਰ ਤੁਸੀਂ ਖੜੇ ਰਹੋਗੇ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਉੱਤੇ ਬੁਰੇ ਦਿਨ ਖੜੇ ਰਹਿੰਦੇ ਨੇ ਪਰ ਉਹ ਆਪ ਗਿਰ ਜਾਂਦੇ ਨੇ, ਪਰ ਪਰਮੇਸ਼ਰ ਦਾ ਧੰਨਵਾਦ ਹੈ ਕਿ ਪਰਮੇਸ਼ਰ ਸਾਡੇ ਤੇ ਤੁਹਾਡੇ ਨਾਲ ਹੈ, ਉਹ ਤੁਹਾਨੂੰ ਗਿਰਨ ਨਹੀਂ ਦੇਵੇਗਾ। ਉਸਨੇ ਆਖਿਆ ਕਿ ਮੈਂ ਤੇਰਾ ਸੱਜਾ ਹੱਥ ਫੜਿਆ ਹੋਇਆ ਹੈ, ਨਾ ਡਰ ਨਾ ਘਬਰਾ, ਇੱਧਰ ਉੱਧਰ ਨਾ ਦੇਖ, ਮੈਂ ਤੇਰਾ ਪਰਮੇਸ਼ਰ ਹਾਂ। ਪਰਮੇਸ਼ਰ ਆਖਦਾ ਹੈ, ਬਾਈਬਲ ਦੇ ਵਿੱਚ 366 ਵਾਰੀ ਇਹ ਲਿਖਿਆ ਹੋਇਆ ਹੈ ਨਾ ਡਰ। ਇਹਦਾ ਮਤਲਬ ਪਰਮੇਸ਼ਰ ਸਾਲ ਦੇ ਹਰ ਦਿਨ ਸਾਨੂੰ ਆਖਦਾ ਹੈ ਨਾ ਡਰ। ਸੋ ਸਾਨੂੰ ਡਰਨ ਦੀ ਜ਼ਰੂਰਤ ਨਹੀਂ, ਮਜ਼ਬੂਤ ਹੋਣ ਦੀ ਲੋੜ ਹੈ। ਔਰ ਮੈਂ ਚਾਹਾਂਗਾ ਮੇਰੇ ਨਾਲ ਯੋਸ਼ੂਆ ਦੀ 1:9 ਆਇਤ ਵੀ ਪੜ੍ਹ ਲਓ। ਕਿ ਮੈਂ ਤੈਨੂੰ ਹੁਕਮ ਨਹੀਂ ਦਿੱਤਾ। ਪਰਮੇਸ਼ਰ ਦਾ ਵਚਨ ਇੱਥੇ ਦੱਸਦਾ ਹੈ ਮੈਂ ਤੈਨੂੰ ਹੁਕਮ ਨਹੀਂ ਦਿੱਤਾ। ਇਹਦਾ ਮਤਲਬ ਇਹ ਹੈ, ਸਵਾਲ ਹੈ, ਕੁਐਸਚਨ ਮਾਰਕ ਹੈ। ਪਰਮੇਸ਼ਰ ਨੇ ਸਾਨੂੰ ਇੱਕ ਹੁਕਮ ਦਿੱਤਾ ਹੈ, ਔਰ ਉਹ ਹੁਕਮ ਕਿਹੜਾ ਹੈ? ਭਾਈ ਤਕੜਾ ਹੋ ਅਤੇ ਹੌਸਲਾ ਰੱਖ। ਤਕੜਾ ਹੋ ਤੇ ਹੌਸਲਾ ਰੱਖ, ਨਾ ਕੰਬ ਅਤੇ ਨਾ ਘਬਰਾ। ਨਾ ਕੰਬ ਤੇ ਨਾ ਘਬਰਾ, ਕਿਉਂ ਜੋ ਯਹੋਵਾ ਤੇਰਾ ਪਰਮੇਸ਼ਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ। ਯਹੋਵਾ ਪਰਮੇਸ਼ਰ ਜਿੱਥੇ ਤੂੰ ਜਾਵੇਂ ਤੇਰੇ ਨਾਲ ਹੈ। ਮੇਰੇ ਪਿਆਰੇ ਭੈਣੋ ਭਰਾਵੋ, ਤੁਸੀਂ ਸੰਸਾਰ ਦੇ ਚਾਹੇ ਕਿਸੇ ਵੀ ਕੋਨੇ ਵਿੱਚ ਬੈਠੇ ਅੱਜ ਇਸ ਵਚਨ ਨੂੰ ਸੁਣ ਰਹੇ ਹੋ। ਪਰਮੇਸ਼ਰ ਦਾ ਵਚਨ ਆਖਦਾ ਹੈ ਜਿੱਥੇ ਵੀ ਤੁਸੀਂ ਜਾਓਗੇ ਪਰਮੇਸ਼ਰ ਉੱਥੇ ਹੀ ਤੁਹਾਡੇ ਨਾਲ ਹੋਵੇਗਾ। ਸਾਡਾ ਪਰਮੇਸ਼ਰ ਇਦਾਂ ਦਾ ਪਰਮੇਸ਼ਰ ਨਹੀਂ ਹੈ ਜਿਹੜਾ 2-4 ਮਰਲੇ ਦੀ ਜਗ੍ਹਾ ਤੇ ਰਹਿੰਦਾ ਹੈ, ਜਾਂ ਸਾਡਾ ਪਰਮੇਸ਼ਰ ਉਹ ਨਹੀਂ ਜਿਹੜਾ ਇੱਕ ਸੀਮਤ ਜਗ੍ਹਾ ਤੇ ਰਹਿੰਦਾ ਹੈ ਔਰ ਸਿਰਫ ਉੱਥੇ ਹੀ ਰਹਿੰਦਾ ਹੈ, ਹੋਰ ਕਿਤੇ ਨਹੀਂ ਜਾਂਦਾ। ਸਾਡਾ ਪਰਮੇਸ਼ਰ ਧਰਤੀ ਤੇ ਆਕਾਸ਼ ਦਾ ਸਿਰਜਣਹਾਰ ਹੈ।
ਉਹ ਸਾਰੇ ਦੇਸ਼ਾਂ ਦਾ ਸੁਆਮੀ ਹੈ, ਉਹ ਸਾਰੇ ਦੇਸ਼ਾਂ ਦਾ ਪ੍ਰਭੂ ਹੈ। ਔਰ ਬਾਈਬਲ ਦੱਸਦੀ ਹੈ ਕਿ ਤੁਸੀਂ ਜਿੱਥੇ ਵੀ ਜਾਓਗੇ ਉਹ ਪਰਮੇਸ਼ਵਰ ਤੁਹਾਡੇ ਨਾਲ ਹੋਵੇਗਾ। ਤਾਂ ਪਰਮੇਸ਼ਵਰ ਦਾ ਧੰਨਵਾਦ ਹੋਵੇ। ਤੁਸੀਂ ਕਿਸੇ ਵੀ ਦੇਸ਼, ਕਿਸੇ ਵੀ ਭਾਸ਼ਾ, ਕਿਸੇ ਵੀ ਮਜ਼ਹਬ, ਤੁਸੀਂ ਕਿਸੇ ਵੀ ਜਗ੍ਹਾ ਤੇ ਕਿਉਂ ਨਾ ਹੋਵੋ, ਚਾਹੇ ਤੁਸੀਂ ਘਰ ਵਿੱਚ ਹੋਵੋ, ਚਾਹੇ ਤੁਸੀਂ ਜੰਗਲ 'ਚ ਹੋਵੋ, ਚਾਹੇ ਤੁਸੀਂ ਪਹਾੜਾਂ ਤੇ ਹੋਵੋ, ਸਾਡਾ ਪਰਮੇਸ਼ਵਰ ਹਰ ਜਗ੍ਹਾ ਤੇ ਤੁਹਾਡੀ ਪ੍ਰਾਰਥਨਾ ਨੂੰ ਸੁਣ ਕੇ ਤੁਹਾਡੀ ਪ੍ਰਾਰਥਨਾ ਦਾ ਉੱਤਰ ਦੇਣ ਦੀ ਸ਼ਕਤੀ ਰੱਖਦਾ ਹੈ। ਹਾਲੇਲੂਇਆ, ਪ੍ਰਭੂ ਦੀ ਮਹਿਮਾ ਹੋਵੇ। ਅਸੀਂ ਇੱਕ ਵਚਨ ਹੋਰ ਪੜਾਂਗੇ, ਯਸ਼ਾਇਆ ਨਬੀ ਦੀ ਕਿਤਾਬ 43 ਦੀ 2 ਆਇਤ। ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਗਾ, ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਗਾ, ਮੈਂ ਤੇਰੇ ਅੰਗ ਸੰਗ ਹੋਵਾਂਗਾ, ਮੈਂ ਤੇਰੇ ਅੰਗ ਸੰਗ ਹੋਵਾਂਗਾ। ਅਤੇ ਜਦ ਤੂੰ ਨਦੀਆਂ ਦੇ ਵਿੱਚੋਂ ਦੀ ਲੰਘੇਗਾ, ਉਹ ਤੈਨੂੰ ਨਾ ਡੋਬਣਗੀਆਂ, ਨਦੀਆਂ ਤੈਨੂੰ ਨਾ ਡੋਬਣਗੀਆਂ। ਜਦ ਤੂੰ ਅੱਗ ਦੇ ਵਿੱਚੋਂ ਦੀ ਚੱਲੇਗਾ, ਜਦ ਤੂੰ ਅੱਗ ਦੇ ਵਿੱਚੋਂ ਦੀ ਲੰਘੇਗਾ, ਉਹ ਤੈਨੂੰ ਨਾ ਸਾੜੇਗੀ, ਉਹ ਤੈਨੂੰ ਨਾ ਸਾੜੇਗੀ, ਨਾ ਲਾਟ ਤੇਰੇ ਉੱਤੇ ਬਲੇਗੀ, ਨਾ ਲਾਟ ਤੇਰੇ ਉੱਤੇ ਬਲੇਗੀ। ਸੋ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੇ ਨਾ ਵਚਨਾਂ ਦੇ ਰਾਹੀਂ। ਪਰਮੇਸ਼ਰ ਤੁਹਾਨੂੰ ਬਹੁਤ ਬਹੁਤ ਆਸ਼ੀਸ਼ ਦੇਵੇ। ਔਰ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਔਰ ਮੈਂ ਜਾਣਦਾ ਕਿ ਪਰਮੇਸ਼ਰ ਇਹਨਾਂ ਦੇ ਦੁਆਰਾ ਤੁਹਾਨੂੰ ਬਹੁਤ ਆਸ਼ੀਸ਼ ਦੇਗਾ। ਇਸ ਜਗ੍ਹਾ ਤੇ ਪਰਮੇਸ਼ਰ ਦਾ ਵਚਨ ਆਖਦਾ ਹੈ, ਚਾਹੇ ਤੁਸੀਂ ਕਿਸੇ ਵੀ ਮੁਸੀਬਤ ਵਿੱਚੋਂ ਲੰਘ ਰਹੇ ਹੋਵੋ, ਉਹ ਕੋਈ ਵੀ ਮੁਸੀਬਤ ਤੁਹਾਨੂੰ ਦਬਾ ਨਹੀਂ ਸਕੇਗੀ, ਕੋਈ ਵੀ ਸਮੱਸਿਆ ਤੁਹਾਨੂੰ ਖਤਮ ਨਹੀਂ ਕਰ ਸਕੇਗੀ। ਇਸ ਵਚਨ ਦਾ ਅਰਥ ਇਹ ਹੋਈ ਹੈ, ਚਾਹੇ ਉਹ ਅੱਗ ਵਰਗੀ ਮੁਸੀਬਤ ਹੋਵੇ, ਚਾਹੇ ਉਹ ਪਾਣੀ ਵਰਗੀ ਮੁਸੀਬਤ ਹੋਵੇ, ਤੁਹਾਨੂੰ ਕੋਈ ਚੀਜ਼ ਪਰਮੇਸ਼ਵਰ ਦੇ ਪ੍ਰੇਮ ਤੋਂ ਅੱਡ ਨਹੀਂ ਕਰ ਸਕਦੀ, ਕੋਈ ਚੀਜ਼ ਤੁਹਾਨੂੰ ਦਬਾ ਨਹੀਂ ਸਕਦੀ, ਕੋਈ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰ ਸਕਦੀ। ਅਗਰ ਤੁਹਾਨੂੰ ਵਿਸ਼ਵਾਸ ਹੈ ਤਾਂ ਤੁਸੀਂ ਅੱਜ ਆਪਣੇ ਦਿਲ ਨੂੰ ਤਕੜਿਆ ਕਰੋ ਔਰ ਵਿਸ਼ਵਾਸ ਕਰੋ ਕਿ ਪਰਮੇਸ਼ਵਰ ਤੁਹਾਡੇ ਨਾਲ ਹੈ। ਔਰ ਅਗਰ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲੋਗੇ ਤਾਂ ਨਿਸ਼ਚੈ ਪਰਮੇਸ਼ਵਰ ਤੁਹਾਡੇ ਨਾਲ ਹੋਵੇਗਾ। ਆਓ ਅਸੀਂ ਪ੍ਰਾਰਥਨਾ ਕਰੀਏ। ਮਹਾਨ ਪਿਤਾ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਸ਼ੁਕਰ ਔਰ ਤਾਰੀਫ ਕਰਦੇ ਹਾਂ। ਪਵਿੱਤਰ ਪਵਿੱਤਰ ਸੈਨਾਵਾਂ ਦੇ ਯਹੋਵਾ, ਤੁਸੀਂ ਸਾਨੂੰ ਇਹ ਹਯਾਤ ਔਰ ਸਾਨੂੰ ਦਲੇਰੀ ਦਾ ਆਤਮਾ ਬਖਸ਼ਿਆ ਹੈ। ਤੁਸੀਂ ਸਾਨੂੰ ਆਖਿਆ ਹੈ ਨਾ ਡਰੋ। ਜਿਸ ਤਰ੍ਹਾਂ ਤੁਸੀਂ ਯਹੋਸ਼ੂਆ ਨੂੰ ਆਖਿਆ, ਉਸੇ ਤਰ੍ਹਾਂ ਅੱਜ ਪਿਆਰੇ ਪ੍ਰਭੂ ਤੁਸੀਂ ਸਾਨੂੰ ਵੀ ਆਖਿਆ ਹੈ। ਔਰ ਮਹਾਨ ਪਿਤਾ, ਤੁਸੀਂ ਹਰ ਉਸ ਆਪਣੇ ਬੰਦੇ ਨੂੰ ਜਿਹਨੂੰ ਤੁਸੀਂ ਆਪਣੇ ਕੰਮ ਲਈ ਚੁਣਿਆ ਹੈ, ਚਾਹੇ ਉਹ ਪਾਸਟਰ ਹੈ, ਚਾਹੇ ਉਹ ਵਿਸ਼ਵਾਸੀ ਹੈ, ਚਾਹੇ ਉਹ ਕੋਈ ਵੀ ਵਿਅਕਤੀ ਹੈ, ਪਿਆਰੇ ਪਿਤਾ ਤੁਸੀਂ ਇੱਕ ਚੀਜ਼ ਦੀ ਮੰਗ ਕਰਦੇ ਹੋ ਕਿ ਹਰ ਇਨਸਾਨ ਦਲੇਰੀ ਦੇ ਨਾਲ ਔਰ ਤਕੜਿਆ ਹੋ ਕੇ ਤੁਹਾਡੇ ਪਿੱਛੇ ਚੱਲੇ, ਤਾਂ ਕਿ ਪਿਆਰੇ ਪ੍ਰਭੂ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਔਰ ਤੁਹਾਡੇ ਨਾਮ ਦੀ ਜੈ ਜੈਕਾਰ ਹੋਵੇ। ਹਰ ਮੁਸੀਬਤ ਹਾਰ ਚੁੱਕੀ ਹੈ, ਅਸੀਂ ਜਿੱਤੇ ਹੋਏ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਔਰ ਅਸੀਂ ਜਾਣਦੇ ਹਾਂ ਕਿ ਅਸੀਂ ਜੈਵੰਤ ਨਾਲ ਵੀ ਵਧੇਰੇ ਕੀਤੇ ਗਏ ਹਾਂ। ਔਰ ਅੱਜ ਮੈਂ ਸੁਣਨ ਵਾਲਿਆਂ ਲਈ ਪ੍ਰਾਰਥਨਾ ਕਰਦਾ ਕਿ ਇਹ ਮਹਾਨ ਪਿਤਾ ਯਿਸੂ ਮਸੀਹ ਦੇ ਨਾਮ ਵਿੱਚ ਇਹ ਆਸ਼ੀਸ਼ਿਤ ਹੋਣ, ਇਹਨਾਂ ਦੇ ਜੀਵਨ ਆਸ਼ੀਸ਼ਿਤ ਹੋਣ। ਔਰ ਪਿਆਰੇ ਪ੍ਰਭੂ ਇਹਨਾਂ ਨੂੰ ਕਿਸੇ ਵੀ ਭਲੀ ਵਸਤੂ ਦੀ ਘਾਟ ਨਾ ਰਵੇ। ਇਹ ਤੇਰੀ ਮਹਿਮਾ ਲਈ ਅੱਗੇ ਵਧਦੇ ਜਾਣ। ਪ੍ਰਭੂ ਯਿਸੂ ਮਸੀਹ ਦੇ ਜਿਉਂਦੇ ਨਾਮ ਵਿੱਚ ਮੰਗਦੇ ਹਾਂ, ਆਮੀਨ ਆਮੀਨ। ਗॉड ਬlesਸ ਯੂ। ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ। ਸ਼ਾਲੋਮ। ਪ੍ਰਭੂ ਤੁਹਾਡੇ ਨਾਲ ਹੋਵੇ, ਆਮੀਨ।